ਮੈਂ ਚਰਨਪ੍ਰੀਤ ਸਿੰਘ BM ਮੈਥਸ ਬਲਾਕ ਬਟਾਲਾ 2 ਡਿਸਟ੍ਰਿਕਟ ਗੁਰਦਾਸਪੁਰ ਸਾਰੇ ਵਿਦਿਆਰਥੀਆਂ ਦਾ ਇਸ ਆਨਲਾਈਨ ਕਲਾਸ ਵਿੱਚ ਸਵਾਗਤ ਕਰਦਾ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਅਧਿਆਇ 14 ਅੰਕੜਾ ਵਿਗਿਆਨ ਦੀ ਐਕਸਰਸਾਈਜ਼ 14.1 ਦੇ ਕੁਝ ਹੋਰ ਸਵਾਲ ਹੱਲ ਕਰਾਂਗੇ। ਅੱਜ ਦੀ ਅਸਾਈਨਮੈਂਟ ਨੰਬਰ 92 ਵਿੱਚ ਵਿਦਿਆਰਥੀਓ ਅਸੀਂ ਇੱਕ ਐਸਾ ਸਵਾਲ ਲਿਆ ਹੈ ਜਿਸ ਦੇ ਵਿੱਚ ਵਰਗ ਅੰਤਰਾਲ ਲਗਾਤਾਰਤਾ ਵਿੱਚ ਨਹੀਂ ਹੈ, ਭਾਵ ਕਿ ਕਲਾਸ ਇੰਟਰਵਲ ਕੰਟੀਨਿਊਸ਼ਨ ਵਿੱਚ ਨਹੀਂ ਹੈ। ਇਸ ਨੂੰ ਕੰਟੀਨਿਊਟੀ ਵਿੱਚ ਬਣਾਉਣ ਲਈ ਅਸੀਂ ਇੱਕ ਨਵਾਂ ਸਟੈਪ ਸਿੱਖਾਂਗੇ ਅਤੇ ਉਸ ਤੋਂ ਬਾਅਦ ਕੋਈ ਢੁਕਵਾਂ ਮੈਥਡ ਲਗਾ ਕੇ ਅਸੀਂ ਇਸ ਸਵਾਲ ਨੂੰ ਹੱਲ ਕਰਾਂਗੇ ਅਤੇ ਅਰਿਥਮੈਟਿਕ ਮੀਨ ਪ੍ਰਾਪਤ ਕਰਾਂਗੇ। ਆਓ ਸਭ ਤੋਂ ਪਹਿਲਾਂ ਅਸੀਂ ਵਰਗ ਅੰਤਰਾਲ ਨੂੰ ਕੰਟੀਨਿਊਸ਼ਨ ਵਿੱਚ ਲਿਆਉਣ ਲਈ ਇੱਕ ਸਟੈਪ ਸਮਝੀਏ। ਬੱਚਿਓ, ਜਿਵੇਂ ਕਿ ਤੁਸੀਂ ਦੇਖ ਰਹੇ ਜੇ, ਸਾਡੇ ਕੋਲ ਅੰਬਾਂ ਦੀ ਸੰਖਿਆ ਦਾ ਵਰਗ ਅੰਤਰਾਲ ਦਿੱਤਾ ਹੈ 50 ਤੋਂ 52, 53 ਤੋਂ 55, 56 ਤੋਂ 58। ਸੋ ਪਹਿਲੇ ਵਰਗ ਅੰਤਰਾਲ ਦੀ ਅੱਪਰ ਲਿਮਟ ਤੇ ਦੂਸਰੇ ਵਰਗ ਅੰਤਰਾਲ ਦੀ ਲੋਅਰ ਲਿਮਟ ਬਰਾਬਰ ਨਹੀਂ ਹੈ। ਇਸ ਨੂੰ ਬਰਾਬਰ ਕਰਨ ਲਈ ਅਸੀਂ ਇੱਕ ਸਟੈਪ ਕਰਾਂਗੇ ਤੇ ਉਹ ਸਟੈਪ ਅਸੀਂ ਸਾਰੇ ਵਰਗ ਅੰਤਰਾਲਾਂ ਵਿੱਚ ਲਗਾਤਾਰਤਾ ਵਿੱਚ ਲਾਉਂਦੇ ਜਾਵਾਂਗੇ ਤੇ ਸਾਡੇ ਸਾਰੇ ਵਰਗ ਅੰਤਰਾਲ ਕਲਾਸ ਇੰਟਰਵਲ ਕੰਟੀਨਿਊਸ਼ਨ ਵਿੱਚ ਆ ਜਾਣਗੇ। ਸੋ ਬੱਚਿਓ, ਅਸੀਂ ਵਰਗ ਅੰਤਰਾਲ ਨੂੰ ਲਗਾਤਾਰਤਾ ਵਿੱਚ ਲਿਆਉਣ ਲਈ ਕੀ ਕਰਨਾ ਹੈ? ਅਸੀਂ ਵਰਗ ਅੰਤਰਾਲ ਨੂੰ ਲਗਾਤਾਰਤਾ ਵਿੱਚ ਲਿਆਉਣ ਲਈ, ਜਿਵੇਂ ਕਿ ਤੁਸੀਂ ਦੇਖ ਰਹੇ ਜੇ, ਵਰਗ ਅੰਤਰਾਲ ਨੂੰ ਲਗਾਤਾਰਤਾ ਵਿੱਚ ਲਿਆਉਣ ਲਈ ਅਸੀਂ ਉਹਦੀ ਹੇਠਲੀ ਸੀਮਾ ਵਿੱਚੋਂ 0.5 ਘਟਾਵਾਂਗੇ ਅਤੇ ਉੱਪਰਲੀ ਸੀਮਾ ਵਿੱਚ 0.5 ਜੋੜਾਂਗੇ। ਸੋ ਮੈਂ ਇੱਕ ਵਾਰੀ ਫੇਰ ਦੱਸ ਦਵਾਂ, ਅਸੀਂ ਵਰਗ ਅੰਤਰਾਲ ਨੂੰ ਕੰਟੀਨਿਊਟੀ ਵਿੱਚ ਲੈ ਕੇ ਆਉਣਾ ਹੈ। ਵਰਗ ਅੰਤਰਾਲ ਨੂੰ ਕੰਟੀਨਿਊਟੀ ਵਿੱਚ ਲਿਆਉਣ ਲਈ ਬੱਚਿਓ ਅਸੀਂ ਕੀ ਕਰਾਂਗੇ? ਵਰਗ ਅੰਤਰਾਲ ਨੂੰ ਕੰਟੀਨਿਊਟੀ ਵਿੱਚ ਲਿਆਉਣ ਲਈ ਅਸੀਂ ਹੇਠਲੀ ਸੀਮਾ ਵਿੱਚੋਂ 0.5 ਘਟਾਉਂਦੇ ਜਾਵਾਂਗੇ ਅਤੇ ਉੱਪਰਲੀ ਸੀਮਾ ਵਿੱਚ 0.5 ਜੋੜਦੇ ਜਾਵਾਂਗੇ। ਸੋ ਆਓ ਅਸੀਂ ਵਰਗ ਅੰਤਰਾਲ ਨੂੰ ਕੰਟੀਨਿਊਟੀ ਵਿੱਚ ਲੈ ਕੇ ਆਈਏ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਕੋਈ ਢੁਕਵਾਂ ਮੈਥਡ ਲਗਾ ਕੇ ਸਵਾਲ ਹੱਲ ਕਰੀਏ। ਬੱਚਿਓ, ਜਿਵੇਂ ਕਿ ਤੁਸੀਂ ਦੇਖ ਰਹੇ ਜੇ, ਸਾਡੇ ਕੋਲ ਪਹਿਲਾ ਵਰਗ ਅੰਤਰਾਲ ਕਲਾਸ ਇੰਟਰਵਲ 50 ਤੋਂ 52 ਹੈ। ਇਹ ਪਹਿਲਾ ਵਰਗ ਅੰਤਰਾਲ 50 ਤੋਂ 52 ਹੈ। ਇਸ ਦੀ ਲੋਅਰ ਲਿਮਟ 50 ਹੈ। ਇਸ ਵਿੱਚੋਂ 0.5 ਘਟਾ ਦੇਵਾਂਗੇ ਅਤੇ ਅੱਪਰ ਲਿਮਟ 52 ਵਿੱਚ 0.5 ਐਡ ਕਰ ਦੇਵਾਂਗੇ। ਜਦੋਂ 50 ਵਿੱਚੋਂ 0.5 ਘਟਾਵਾਂਗੇ ਤੇ ਸਾਡੇ ਕੋਲ ਵਰਗ ਅੰਤਰਾਲ ਬਣ ਜਾਵੇਗਾ 49.5। 50 ਵਿੱਚੋਂ 0.5 ਘਟਾਉਣ ਤੇ ਅਤੇ 52 ਵਿੱਚ 0.5 ਐਡ ਕਰਨ ਤੇ 52.5। ਇਸੇ ਤਰ੍ਹਾਂ ਜਦੋਂ ਅਸੀਂ ਦੂਸਰੇ ਵਰਗ ਅੰਤਰਾਲ ਵਿੱਚੋਂ 0.5 ਘਟਾਵਾਂਗੇ ਲੋਅਰ ਲਿਮਟ ਵਿੱਚੋਂ, ਤਾਂ ਸਾਡੇ ਕੋਲ 53 ਵਿੱਚੋਂ 0.5 ਘਟਾਉਣ ਤੇ ਵਰਗ ਅੰਤਰਾਲ ਦੀ ਲੋਅਰ ਲਿਮਟ ਬਣੇਗੀ 52.5 ਤੇ 55 ਵਿੱਚ 0.5 ਐਡ ਕਰਨ ਤੇ ਸਾਡੇ ਕੋਲ ਲੋਅਰ ਅੱਪਰ ਲਿਮਟ ਬਣ ਜਾਏਗੀ 55.5। ਸੋ ਤੁਸੀਂ ਦੇਖ ਰਹੇ ਨੇ, ਪਹਿਲੇ ਵਰਗ ਅੰਤਰਾਲ ਦੀ ਅੱਪਰ ਲਿਮਟ ਅਤੇ ਦੂਸਰੇ ਵਰਗ ਅੰਤਰਾਲ ਦੀ ਲੋਅਰ ਲਿਮਟ ਹੁਣ ਲਗਾਤਾਰਤਾ ਵਿੱਚ ਬਰਾਬਰ ਹੋ ਗਈ ਹੈ। ਸੋ ਸਾਡੇ ਕੋਲ ਇੱਕ ਲਗਾਤਾਰਤਾ ਦਾ ਵਰਗ ਅੰਤਰਾਲ, ਲਗਾਤਾਰਤਾ ਦਾ ਸਾਡੇ ਕੋਲ ਕਲਾਸ ਇੰਟਰਵਲ ਤਿਆਰ ਹੋ ਚੁੱਕਾ ਹੈ। ਹੁਣ ਅਸੀਂ ਇਹ ਪ੍ਰੋਸੈਸ ਸਾਰੇ ਵਰਗ ਅੰਤਰਾਲਾਂ ਵਿੱਚ ਲਗਾਉਣ ਤੋਂ ਬਾਅਦ ਅਸੀਂ ਵਰਗ ਅੰਤਰਾਲ ਵਾਲਾ ਕਾਲਮ ਕੰਟੀਨਿਊਟੀ ਵਿੱਚ ਤਿਆਰ ਕਰ ਲਵਾਂਗੇ। ਉਸ ਤੋਂ ਬਾਅਦ ਬੱਚਿਓ, ਸੈਕੰਡ ਕਾਲਮ ਦੇ ਵਿੱਚ ਅਸੀਂ ਜਿਹੜਾ ਸਾਡੇ ਕੋਲ ਪੇਟੀਆਂ ਦੀ ਵੰਡ ਵਾਲਾ ਕਾਲਮ ਹੈ, ਜਿਸ ਨੂੰ ਅਸੀਂ ਫ੍ਰੀਕੁਐਂਸੀ ਵਾਲਾ ਕਾਲਮ ਵੀ ਕਹਿੰਦੇ ਹਾਂ, ਸੈਕੰਡ ਕਾਲਮ ਦੇ ਵਿੱਚ ਅਸੀਂ ਪੇਟੀਆਂ ਦੀ ਵੰਡ, ਉਸ ਨੂੰ FI ਦਾ ਨਾਮ ਦੇਵਾਂਗੇ। ਥਰਡ ਦੇ ਵਿੱਚ ਅਸੀਂ ਵਰਗ ਚਿੰਨ੍ਹ ਅਸੀਂ ਆਲਰੇਡੀ ਬਣਾਉਣੇ ਸਿੱਖੇ ਸੀ, ਕਾਫੀ ਸਵਾਲਾਂ ਦੀ ਪ੍ਰੈਕਟਿਸ ਕਰ ਲਈ ਹੈ। ਮੈਨੂੰ ਪੂਰੀ ਆਸ ਹੈ ਕਿ ਵਿਦਿਆਰਥੀ ਵਰਗ ਚਿੰਨ੍ਹ ਆਪ ਬਣਾਉਣ ਦੇ ਯੋਗ ਹੋ ਗਏ ਹੋਣਗੇ। ਮੈਂ ਫਿਰ ਵੀ ਇੱਕ ਵਾਰੀ ਪਹਿਲੇ ਸਟੈਪ 'ਚ ਦੱਸ ਦਵਾਂ, 49.5 ਤੇ 52.5 ਨੂੰ ਜੋੜਨ ਤੋਂ ਬਾਅਦ 2 ਨਾਲ ਭਾਗ ਦੇਵੋਗੇ ਤਾਂ ਤੁਹਾਡੇ ਕੋਲ 51 ਆਏਗਾ। ਇਹ ਆਪਾਂ ਕਰਿਆ ਸਾਰੇ ਵਰਗ ਅੰਤਰਾਲਾਂ ਵਿੱਚ ਲਾਉਣ ਤੋਂ ਬਾਅਦ ਵਰਗ ਚਿੰਨ੍ਹ ਵਾਲਾ ਕਾਲਮ ਪ੍ਰਾਪਤ ਕਰਾਂਗੇ। ਕਿਉਂਕਿ ਸਾਡੇ ਕੋਲ ਸੰਖਿਆਵਾਂ ਥੋੜੀਆਂ ਵੱਡੀਆਂ ਹਨ, ਛੋਟੀਆਂ ਨਹੀਂ ਹਨ। ਸੋ ਇਸ ਵਿੱਚ ਅਸੀਂ ਸਟੈਪ ਡੇਵੀਏਸ਼ਨ, ਭਾਵ ਕਿ ਪੱਗ ਵਿਚਲਣ ਵਿਧੀ ਦਾ ਪ੍ਰਯੋਗ ਕਰਾਂਗੇ ਤਾਂ ਕਿ ਇਹ ਸਮੱਸਿਆ ਨੂੰ ਅਸੀਂ ਬੜੇ ਹੀ ਸੌਖੇ ਤਰੀਕੇ ਦੇ ਨਾਲ, ਬੜੀ ਕੈਲਕੂਲੇਸ਼ਨ ਨੂੰ ਈਜ਼ੀਲੀ ਹੱਲ ਕਰ ਸਕੀਏ। ਸੋ ਪੱਗ ਵਿਚਲਣ ਵਿਧੀ ਅਸੀਂ ਉੱਥੇ ਵਰਤਦੇ ਹਾਂ ਜਿੱਥੇ ਸਾਡੇ ਕੋਲ ਸੰਖਿਆਵਾਂ ਥੋੜਾ ਅੰਕੜੇ ਵੱਡੇ ਪ੍ਰਾਪਤ ਹੁੰਦੇ ਹਨ, ਉੱਥੇ ਅਸੀਂ ਪੱਗ ਵਿਚਲਣ ਵਿਧੀ ਦਾ ਇਸਤੇਮਾਲ ਕਰਦੇ ਹਾਂ, ਭਾਵ ਕਿ ਸਟੈਪ ਡੇਵੀਏਸ਼ਨ ਮੈਥਡ ਵਰਤਦੇ ਹਾਂ। ਇੱਥੇ ਮੈਂ ਅੰਡਰਲਾਈਨ ਵੀ ਕਰ ਦਿੱਤਾ ਹੈ, ਸਮੱਸਿਆ ਦੇ ਹੱਲ ਲਈ ਪੱਗ ਵਿਚਲਣ ਵਿਧੀ ਦਾ ਪ੍ਰਯੋਗ ਕਰਾਂਗੇ ਕਿਉਂਕਿ ਅੰਕੜੇ ਵੱਡੇ ਹਨ। ਸੋ
ਪੱਗ ਵਿਚਲਣ ਵਿਧੀ ਭਾਵ ਕਿ ਸਟੈਪ ਡੈਵੀਏਸ਼ਨ ਮੈਥਡ ਆਪ ਸਭ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਅਸੀਂ ਉਹਦੇ ਸਾਰੇ ਸਟੈਪਸ ਦੇ ਅਕੋਰਡਿੰਗ ਆਪਾਂ ਕੱਲਾ ਕਾਲਮ ਤਿਆਰ ਕਰਾਂਗੇ ਤੇ ਸਟੈਪ ਡੈਵੀਏਸ਼ਨ ਮੈਥਡ ਦੇ ਨਾਲ ਇਸ ਦਾ ਮੱਧਮਾਨ ਭਾਵ ਕਿ ਅਰਿਥਮੈਟਿਕ ਮੀਨ ਪ੍ਰਾਪਤ ਕਰਾਂਗੇ। ਆਓ ਵਿਦਿਆਰਥੀਓ, ਅਸੀਂ ਹੁਣ ਵਰਗ ਚਿੰਨ੍ਹ ਤੋਂ ਬਾਅਦ ਅਗਲਾ ਕਾਲਮ ਬਣਾਈਏ। ਵਰਗ ਚਿੰਨ੍ਹ ਦੇ ਵਿੱਚੋਂ ਬੱਚਿਓ ਅਸੀਂ ਇੱਕ ਅਜ਼ਿਊਮਡ ਮੀਨ ਲੈਣਾ ਹੁੰਦਾ ਹੈ, ਉਹ ਸਾਡੇ ਕੋਲ ਮਿਡਲ ਵੈਲਿਊ ਜਿਸ ਨੂੰ ਅਸੀਂ A ਕਹਿੰਦੇ ਹਾਂ। ਉਸ ਤੋਂ ਬਾਅਦ ਬੱਚਿਓ ਅਸੀਂ UI ਦਾ ਕਾਲਮ ਤਿਆਰ ਕਰਦੇ ਹਾਂ। UI ਦਾ ਕੀ ਫਾਰਮੂਲਾ ਹੈ? ਵਰਗ ਚਿੰਨ੍ਹ ਦੇ ਵਿੱਚੋਂ ਅਜ਼ਿਊਮਡ ਮੀਨ ਮਾਈਨਸ ਕਰਕੇ H ਨਾਲ ਡਿਵਾਈਡ ਕਰਨਾ। H ਵਿਦਿਆਰਥੀਓ ਕੀ ਸੀ? H ਸਾਡੇ ਵਰਗ ਅੰਤਰਾਲ ਦਾ ਹਾਈਟ ਸੀ, ਵਰਗ ਅੰਤਰਾਲ ਦੀ ਸਾਈਜ਼ ਸੀ। ਸਾਡੇ ਕੋ H ਬੱਚਿਓ ਕੀ ਆਇਆ ਹੈ? H ਸਾਡੇ ਕੋ ਬੱਚਿਓ ਜਦੋਂ ਅਸੀਂ ਵਰਗ ਅੰਤਰਾਲ 52.5 ਦੇ ਵਿੱਚੋਂ 49.5 ਮਾਈਨਸ ਕਰਾਂਗੇ ਤਾਂ ਅਸੀਂ 3 ਪ੍ਰਾਪਤ ਕਰਾਂਗੇ। ਸੋ ਸਾਡੇ ਕੋ ਵਰਗ ਅੰਤਰਾਲ ਦੀ ਜਿਹੜੀ ਹਾਈਟ H ਹੈ ਉਹਦਾ ਸਾਈਜ਼ ਕਲਾਸ ਸਾਈਜ਼ ਕੀ ਆਇਆ ਬੱਚਿਓ? 3। ਅਸੀਂ ਇਸ ਫਾਰਮੂਲੇ ਦੇ ਵਿੱਚ xi ਵਰਗ ਚਿੰਨ੍ਹ ਦੀ ਕੋਰਸਪੋਂਡਿੰਗ ਵੈਲਿਊ ਭਰਾਂਗੇ। A ਦੀ ਜਗ੍ਹਾ ਤੇ ਅਸੀਂ 57 ਫਿਲ ਕਰਾਂਗੇ ਅਤੇ H ਦੀ ਜਗ੍ਹਾ ਤੇ ਅਸੀਂ 3 ਫਿਲ ਕਰਾਂਗੇ। ਇਹ ਸਾਰੀਆਂ ਕੈਲਕੂਲੇਸ਼ਨਸ ਕਰਨ ਤੋਂ ਬਾਅਦ ਸਾਡੇ ਕੋਲ UI ਦਾ ਕਾਲਮ ਤਿਆਰ ਹੋ ਜਾਵੇਗਾ। ਬੱਚਿਓ UI ਦਾ ਕਾਲਮ ਤਿਆਰ ਕਰਨ ਤੋਂ ਬਾਅਦ ਉਸ ਤੋਂ ਅਗਲਾ ਸਟੈਪ ਸਾਡੇ ਕੋਲ ਇੱਕ ਹੋਰ ਕਾਲਮ ਤਿਆਰ ਕਰਨਾ ਹੁੰਦਾ ਹੈ FIUI। ਇਸ ਵਿੱਚ ਵਿਦਿਆਰਥੀਓ ਅਸੀਂ FI ਦੀ ਕੋਰਸਪੋਂਡਿੰਗ ਵੈਲਿਊ UI ਦੇ ਕੋਰਸਪੋਂਡਿੰਗ ਵੈਲਿਊਜ਼ ਦੇ ਨਾਲ ਮਲਟੀਪਲਾਈ ਕਰ ਦੇਣੀ ਹੁੰਦੀ ਹੈ ਅਤੇ FIUI ਦਾ ਕਾਲਮ ਤਿਆਰ। ਜਿਸ ਤਰ੍ਹਾਂ 15 ਨੂੰ -2 ਨਾਲ ਮਲਟੀਪਲਾਈ ਕਰਾਂਗੇ ਤੇ -30 ਪ੍ਰਾਪਤ ਹੋਵੇਗਾ। ਸੋ ਇਹੀ ਸਟੈਪ ਅਸੀਂ FI ਅਤੇ UI ਦੀ ਹਰ ਵੈਲਿਊ ਨੂੰ ਮਲਟੀਪਲਾਈ ਕਰਕੇ ਲਗਾਉਂਦੇ ਜਾਣਾ ਹੈ ਅਤੇ FIUI ਦਾ ਕਾਲਮ ਤਿਆਰ ਕਰ ਲੈਣਾ ਹੈ। ਉਸ ਤੋਂ ਬਾਅਦ ਅਸੀਂ FIUI ਦੇ ਸਾਰੀਆਂ ਵੈਲਿਊਜ਼ ਦਾ ਸਮੇਸ਼ਨ ਕੱਢਾਂਗੇ, ਉਸ ਨੂੰ ਸਿਗਮਾ FIUI ਦਾ ਨਾਮ ਦੇਵਾਂਗੇ। FIUI ਦੀਆਂ ਸਾਰੇ ਕਾਲਮ ਦੀ ਵੈਲਿਊ ਨੂੰ ਜੋੜ ਲੈਣਾ ਹੈ। ਸਾਡੇ ਕੋਲ ਸਿਗਮਾ FIUI ਦਾ ਮੁੱਲ 25 ਆ ਜਾਵੇਗਾ। ਉਸ ਤੋਂ ਇਲਾਵਾ ਇੱਕ ਲਾਸਟ ਸਟੈਪ ਅਸੀਂ ਕਰਨਾ ਹੁੰਦਾ ਹੈ, FI ਦੀਆਂ ਸਾਰੀਆਂ ਵੈਲਿਊ ਨੂੰ ਜੋੜ ਦੇਣਾ ਹੁੰਦਾ ਹੈ। FI ਦੀਆਂ ਸਾਰੀਆਂ ਵੈਲਿਊਜ਼ ਨੂੰ ਜੋੜਨ ਤੋਂ ਬਾਅਦ ਸਾਡੇ ਕੋਲ ਸਿਗਮਾ FI ਦੀ ਵੈਲਿਊ 400 ਆ ਜਾਂਦੀ ਹੈ। ਸੋ ਇਸ ਤੋਂ ਬਾਅਦ ਬੱਚਿਓ ਅਸੀਂ ਇੱਕ ਲਾਸਟ ਫਾਈਨਲੀ ਸਟੈਪ ਡੈਵੀਏਸ਼ਨ ਦਾ ਫਾਰਮੂਲਾ ਅਪਲਾਈ ਕਰਨਾ ਹੈ ਅਤੇ ਫਾਰਮੂਲੇ ਦੇ ਵਿੱਚ ਕੋਰਸਪੋਂਡਿੰਗ ਵੈਲਿਊਜ਼ ਜਿਹੜੀਆਂ ਅਸੀਂ ਟੇਬਲ ਵਿੱਚ ਫਾਈਂਡ ਕੀਤੀਆਂ ਸੀ ਭਰ ਕੇ ਤੇ ਆਪਣਾ ਮੱਧਮਾਨ ਪ੍ਰਾਪਤ ਕਰ ਲੈਣਾ ਹੈ। ਇਹ ਬੱਚਿਓ ਸਾਡਾ ਸਟੈਪ ਡੈਵੀਏਸ਼ਨ ਦਾ ਫਾਰਮੂਲਾ ਹੈ ਮੀਨ ਕੱਢਣ ਲਈ। ਸੋ ਅਰਿਥਮੈਟਿਕ ਮੀਨ ਲਈ A ਪਲੱਸ ਸਿਗਮਾ FIUI ਔਰ ਸਿਗਮਾ FI ਮਲਟੀਪਲਾਈਡ ਬਾਈ H। ਆਪਾਂ ਸਾਰੀਆਂ ਵੈਲਿਊਜ਼ ਨੂੰ 1 ਬਾਈ 1 ਟੇਬਲ ਦੇ ਅਕੋਰਡਿੰਗ ਫਿਲ ਕਰਦੇ ਜਾਵਾਂਗੇ ਤੇ ਸਾਡੇ ਕੋਲ ਜਿਹੜਾ ਸਾਡਾ ਮੱਧਮਾਨ ਆ ਜਾਏਗਾ ਉਹ 57.1875 ਹੋਵੇਗਾ। ਸੋ ਇਹ ਸਟੈਪ ਡੈਵੀਏਸ਼ਨ ਨੂੰ ਦਾ ਫਾਰਮੂਲਾ ਯੂਜ਼ ਕਰਕੇ ਅਸੀਂ ਗਿਵਨ ਡੇਟਾ ਦਾ ਮੱਧਮਾਨ ਪ੍ਰਾਪਤ ਕੀਤਾ। ਇਸ ਦੇ ਵਿੱਚ ਇੱਕ ਨਵਾਂ ਕੰਮ ਅਸੀਂ ਕੀ ਕੀਤਾ ਸੀ? ਇਸ ਦੇ ਵਿੱਚ ਬੱਚਿਓ ਅਸੀਂ ਇੱਕ ਹੀ ਨਵਾਂ ਕੰਮ ਕੀਤਾ ਸੀ। ਅਸੀਂ ਵਰਗ ਅੰਤਰਾਲ ਨੂੰ ਲਗਾਤਾਰਤਾ ਵਿੱਚ ਲਿਆਉਣ ਲਈ ਅੱਪਰ ਅਤੇ ਲੋਅਰ ਲਿਮਿਟ ਵਿੱਚੋਂ 0.5 ਮਾਈਨਸ ਕੀਤਾ। ਸੋ ਮੈਨੂੰ ਆਸ ਹੈ ਕਿ ਤੁਸੀਂ ਇੱਕ ਨਵੇਂ ਕਿਸਮ ਦਾ ਕੁਐਸਚਨ ਬੜੇ ਸਹਿਜੇ ਹੀ ਸੌਖੇ ਸਿੱਖ ਲਿਆ ਹੋਵੇਗਾ। ਇਹੋ ਜਿਹੇ ਕੁਐਸਚਨ ਬੱਚਿਓ ਤੁਹਾਡੀ ਟੈਕਸਟ ਬੁੱਕ ਵਿੱਚ ਹੋਰ ਵੀ ਨੇ, ਉਹਨਾਂ ਦੀ ਪ੍ਰੈਕਟਿਸ ਕਰੋ ਤੇ ਇਸ ਵਿੱਚ ਮਹਾਰਤ ਹਾਸਲ ਕਰੋ। ਹੁਣ ਬੱਚਿਓ ਅਸੀਂ ਇੱਕ ਕੁਐਸਚਨ ਹੋਰ ਹੱਲ ਕਰਾਂਗੇ, ਉਹ ਵੀ ਸਾਡੇ ਕੋਲ ਸਾਡੀ ਐਕਸਰਸਾਈਜ਼ ਦਾ ਕੁਐਸਚਨ ਹੈ 14.1 ਦਾ। ਇਸ ਦੇ ਵਿੱਚ ਬੱਚਿਓ ਇੱਕ ਟੇਬਲ ਦਿੱਤਾ ਗਿਆ ਆ, ਇਸ ਵਿੱਚ ਰੋਜ਼ਾਨਾ ਖਰਚ ਕੁਝ ਪਰਿਵਾਰਾਂ ਦਿੱਤਾ ਗਿਆ ਵਾ। ਅਸੀਂ ਇਹਦੇ ਵਿੱਚੋਂ ਭੋਜਨ ਉੱਪਰ ਮੱਧਮਾਨ ਖਰਚ ਕਿੰਨਾ ਹੁੰਦਾ ਵਾ ਪਰ ਪਰਿਵਾਰ, ਅਸੀਂ ਉਹਦੀ ਵੈਲਿਊ ਫਾਈਂਡ ਕਰਨੀ ਹੈ ਭਾਵ ਕਿ ਅਰਿਥਮੈਟਿਕ ਮੀਨ ਪਤਾ ਕਰਨਾ ਵਾ। ਇਹਦੇ ਵਿੱਚ ਵੀ ਅਸੀਂ ਇੱਕ ਢੁਕਵਾਂ ਮੈਥਡ ਲਗਾ ਕੇ ਅਰਿਥਮੈਟਿਕ ਮੀਨ ਕੱਢਾਂਗੇ। ਜਿਵੇਂ ਕਿ ਸਾਨੂੰ ਪਤਾ ਕਿ ਇਸ ਟੇਬਲ ਦੇ ਵਿੱਚ ਵੀ ਸਾਡੇ ਕੋਲ ਜਿਹੜਾ ਵਰਗ ਅੰਤਰਾਲ ਆ ਉਹਦੀਆਂ ਫਿਗਰਸ, ਉਹਦੇ ਅੰਕੜੇ ਕਾਫੀ ਵੱਡੇ ਆ। ਸੋ ਇਹਦੇ ਵਿੱਚ ਵੀ ਅਸੀਂ ਸਟੈਪ ਡੈਵੀਏਸ਼ਨ ਦਾ ਮੈਥਡ ਲਾਵਾਂਗੇ ਤੇ ਅਸੀਂ ਸਹਿਜੇ ਹੀ ਸੌਖੇ ਹੀ ਤਰੀਕੇ ਦੇ ਨਾਲ ਮੱਧਮਾਨ ਪ੍ਰਾਪਤ ਕਰ ਸਕਾਂਗੇ। ਸੋ ਇਹ ਸਾਡੇ ਕੋਲ ਬਹੁਤ ਵਧੀਆ ਬਣਿਆ ਕੁਐਸਚਨ ਹੈ। ਇਹਦੇ ਵਿੱਚ ਜਸਟ ਆਪਾਂ ਵਰਗ ਚਿੰਨ੍ਹ ਦੀ ਵੈਲਿਊ ਫਾਈਂਡ ਕਰਨੀ ਹੈ, ਜਿਹੜਾ ਤੁਸੀਂ ਭਲੀ ਭਾਂਤੀ ਜਾਣਦੇ ਹੋ। ਵਰਗ ਚਿੰਨ੍ਹ ਤੋਂ ਬਾਅਦ ਅਸੀਂ ਵਰਗ ਚਿੰਨ੍ਹ ਸਾਰੇ ਬਣਾਉਣ ਤੋਂ ਬਾਅਦ ਜਿਹੜਾ ਸਾਡੇ ਕੋਲ ਇੱਕ ਮਿਡਲ ਵੈਲਿਊ ਹੋਏਗੀ ਉਸ ਨੂੰ ਅਸੀਂ ਅਜ਼ਿਊਮਡ ਮੀਨ ਦਾ ਨਾਮ ਦੇਵਾਂਗੇ। ਅਜ਼ਿਊਮਡ ਮੀਨ ਅਤੇ ਵਰਗ ਅੰਤਰਾਲ ਦੀ ਵੈਲਿਊ ਪਤਾ ਕਰਨ ਤੋਂ ਬਾਅਦ ਅਸੀਂ ਇੱਕ UI ਵਾਲਾ ਕਾਲਮ ਬਣਾਵਾਂਗੇ। UI ਦੇ ਵਿੱਚ ਅਸੀਂ xi ਮਾਈਨਸ A ਓਵਰ H ਦੀ ਵੈਲਿਊ ਕੋਰਸਪੋਂਡਿੰਗਲੀ ਹਰ ਵਰਗ ਚਿੰਨ੍ਹ ਚੋਂ ਕੱਢਦੇ ਜਾਵਾਂਗੇ ਅਤੇ ਉਸ ਤੋਂ ਬਾਅਦ ਆਖਿਰ ਤੇ ਇੱਕ ਸਟੈਪ ਹੋਰ ਕਰਾਂਗੇ ਜਿਸ ਨੂੰ ਅਸੀਂ FIUI ਵਾਲਾ ਕਾਲਮ ਦਾ ਨਾਮ ਦਿੰਦੇ ਹਾਂ। FIUI ਦੇ ਵਿੱਚ ਅਸੀਂ ਕੋਰਸਪੋਂਡਿੰਗ ਫ੍ਰੀਕੁਐਂਸੀ ਅਤੇ UI ਵਾਲੇ ਕਾਲਮ ਦੀ ਕੋਰਸਪੋਂਡਿੰਗ ਵੈਲਿਊ ਮਲਟੀਪਲਾਈ ਕਰਦੇ ਜਾਵਾਂਗੇ। ਉਸ ਤੋਂ ਬਾਅਦ ਅਸੀਂ ਸਿਗਮਾ FIUI ਦੀ ਵੈਲਿਊ ਫਾਈਂਡ ਕਰਾਂਗੇ। ਪੈਰਲਲੀ
ਅਸੀਂ ਸਿਗਮਾ ਐਫ ਆਈ ਦੀ ਵੈਲਿਊ ਵੀ ਫਾਈਂਡ ਕਰ ਲੈਣੀ ਹੈ। ਸਿਗਮਾ ਐਫ ਆਈ ਜਿਹੜਾ ਕਿ 25 ਆਇਆ ਹੈ ਅਤੇ ਸਿਗਮਾ ਐਫ ਆਈ ਯੂ ਆਈ ਜਿਹੜਾ ਕਿ -7 ਆਇਆ ਹੈ। ਇਹ ਦੋਨੋਂ ਵੈਲਿਊਜ਼ ਅਤੇ ਇਸ ਦੇ ਨਾਲ ਕਲਾਸ ਇੰਟਰਵਲ ਦੀ ਹਾਈਟ, ਕਲਾਸ ਇੰਟਰਵਲ ਦਾ ਸਾਈਜ਼ ਉਹ ਅਸੀਂ ਸੰਬੰਧਿਤ ਫਾਰਮੂਲੇ ਦੇ ਵਿੱਚ ਫਿਲ ਕਰ ਦੇਵਾਂਗੇ ਅਤੇ ਪੱਗ ਵਿਚਲਣ ਵਿਧੀ ਦਾ ਪ੍ਰਯੋਗ ਕਰਕੇ ਅਸੀਂ ਇਸ ਦਾ ਮੱਧਮਾਨ ਪ੍ਰਾਪਤ ਕਰ ਲਵਾਂਗੇ। ਸੋ ਮੈਨੂੰ ਆਸ ਹੈ ਕਿ ਬੱਚੇ ਇਹ ਕੁਐਸਚਨ ਦੀ ਕੈਲਕੂਲੇਸ਼ਨ ਬੜੇ ਹੀ ਸਹਿਜੇ, ਬੜੇ ਈਜ਼ੀ ਤਰੀਕੇ ਦੇ ਨਾਲ ਕਰ ਸਕਦੇ ਹਨ। ਸੋ ਵਿਦਿਆਰਥੀਓ, ਸਾਰਾ ਕੁਐਸਚਨ ਹੱਲ ਕਰਨ ਤੋਂ ਬਾਅਦ ਸਾਡੇ ਕੋਲ ਜਿਹੜਾ ਮੱਧਮਾਨ ਪ੍ਰਾਪਤ ਹੋ ਜਾਏਗਾ ਉਹ 211 ਹੋਵੇਗਾ। ਇਸ ਦਾ ਮਤਲਬ ਹੈ ਕਿ ਭੋਜਨ ਉੱਪਰ ਖਰਚ ਦਾ ਮੱਧਮਾਨ 211 ਹੈ। ਮੈਨੂੰ ਪੂਰੀ ਆਸ ਹੈ ਕਿ ਵਿਦਿਆਰਥੀ ਨੇ 14.1 ਦੇ ਦੋ ਕੁਐਸਚਨਸ ਬੜੇ ਧਿਆਨ ਨਾਲ ਸਮਝ ਲਏ ਹੋਣਗੇ। ਸੋ ਬੱਚਿਓ, ਹੁਣ ਜਿਹੜੇ ਰਹਿੰਦੇ ਕੁਐਸਚਨ ਹੈ 14.1 ਦੇ, ਤੁਸੀਂ ਖੁਦ ਆਪ ਇਹਨਾਂ ਦੀ ਪ੍ਰੈਕਟਿਸ ਕਰੋ ਅਤੇ ਆਪਣੀ ਟੈਕਸਟ ਬੁੱਕ ਤੇ ਦੇਖ ਕੇ ਇਹਨਾਂ ਨੂੰ ਆਪਣੀ ਨੋਟਬੁੱਕ ਤੇ ਸੋਲਵ ਕਰੋ। ਸੋ ਪਿਆਰੇ ਵਿਦਿਆਰਥੀਓ, ਅਸੀਂ 14.1 ਦੇ ਦੋ ਕੁਐਸਚਨ ਹੱਲ ਕੀਤੇ ਹਨ। ਆਓ ਅਸੀਂ ਜੁਲਾਈ ਮਹੀਨੇ ਦੇ ਇੱਕ ਕੁਐਸਚਨ ਦੀ ਦੁਹਰਾਈ ਕਰੀਏ। ਅਸੀਂ ਪਿਛਲੀ ਅਸਾਈਨਮੈਂਟ ਵਿੱਚ ਵੀ ਯੂਕਲਿਡ ਡਿਵੀਜ਼ਨ ਲੈਮਾ ਦੇ ਨਾਲ ਦਾ ਕੁਐਸਚਨ ਦੀ ਦੁਹਰਾਈ ਕੀਤੀ ਸੀ। ਅੱਜ ਅਸੀਂ ਯੂਕਲਿਡ ਡਿਵੀਜ਼ਨ ਲੈਮਾ ਦੀ ਵਰਤੋਂ ਕਰਕੇ ਇੱਕ ਹੋਰ ਸਵਾਲ ਹੱਲ ਕਰਾਂਗੇ। ਇਹ ਸਵਾਲ ਬੱਚਿਓ ਬੋਰਡ ਦੇ ਐਗਜ਼ਾਮ ਵਿੱਚ ਕਾਫੀ ਵਾਰ ਰਿਪੀਟ ਹੋ ਚੁੱਕਾ ਹੈ। ਸੋ ਜੇ ਅਸੀਂ ਇਸ ਸਵਾਲ ਨੂੰ ਧਿਆਨ ਨਾਲ ਸਮਝ ਲਵਾਂਗੇ ਤੇ ਬੋਰਡ ਦੇ ਵਿੱਚ ਸਾਡਾ ਇਹ ਕੁਐਸਚਨ ਬੜਾ ਵਧੀਆ ਤਰੀਕੇ ਨਾਲ ਹੱਲ ਹੋ ਸਕਦਾ ਹੈ। ਆਓ ਵਿਦਿਆਰਥੀਓ, ਆਓ ਅਸੀਂ ਸਟੇਟਮੈਂਟ ਦੇਖਦੇ ਹਾਂ। ਬੱਚਿਓ, ਸਟੇਟਮੈਂਟ ਵਿੱਚ ਲਿਖਿਆ ਹੈ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਸੇ ਸੰਪੂਰਨ ਸੰਖਿਆ m ਦੇ ਲਈ 3m ਜਾਂ 3m+1 ਹੁੰਦਾ ਹੈ। ਇਸ ਦੇ ਰੂਪ ਵਿੱਚ ਹੁੰਦਾ ਹੈ। ਬੱਚਿਓ, ਇਹਦਾ ਕੀ ਮਤਲਬ ਹੈ? ਕੋਈ ਵੀ ਪੋਜ਼ਿਟਿਵ ਇੰਟੀਜ਼ਰ, ਕੋਈ ਵੀ ਪੋਜ਼ਿਟਿਵ ਇੰਟੀਜ਼ਰ ਲੈ ਲਓ, ਉਹਦਾ ਜੇ ਅਸੀਂ ਸਕੇਅਰ ਕਰਾਂਗੇ ਤੇ ਸਕੇਅਰ ਹੋਣ ਤੋਂ ਬਾਅਦ ਜਿਹੜਾ ਸਾਡੇ ਕੋਲ ਆਨਸਰ ਆਏਗਾ ਜਾਂ ਤਾਂ ਉਹ 3m ਜਾਂ 3m+1 ਫਾਰਮ ਦਾ ਹੋਏਗਾ ਤੇ m ਵੀ ਇੱਥੇ ਇੱਕ ਕੋਈ ਪੋਜ਼ਿਟਿਵ ਇੰਟੀਜ਼ਰ ਹੈ। ਆਓ ਵਿਦਿਆਰਥੀਓ, ਅਸੀਂ ਇਸ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਇਹ ਕੁਐਸਚਨ ਨੂੰ ਹੱਲ ਕਰਨ ਦਾ ਯਤਨ ਕਰੀਏ। ਮੈਨੂੰ ਪੂਰੀ ਆਸ ਹੈ ਕਿ ਜਦੋਂ ਤੁਸੀਂ ਇਹ ਕੁਐਸਚਨ ਸਮਝ ਲਵੋਗੇ ਤੇ ਬੜੇ ਸੌਖੇ ਤਰੀਕੇ ਦੇ ਨਾਲ ਆਪਣੀ ਕਾਪੀ ਤੇ ਜ਼ਬਾਨੀ ਹੱਲ ਕਰੋਗੇ। ਸਾਰੇ ਬੱਚਿਆਂ ਨੇ ਮੇਰੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਵਾ ਤੇ ਕੱਲੇ ਸਟੈਪ ਤੇ ਗੌਰ ਕਰਨੀ ਆ। ਆਓ ਬੱਚਿਓ, ਅਸੀਂ ਕੁਐਸਚਨ ਹੱਲ ਕਰਦੇ ਹਾਂ। ਸੋ ਮੰਨ ਲਓ ਸਾਡੇ ਕੋਲ ਬੱਚਿਓ ਇੱਕ ਧਨਾਤਮਕ ਸੰਪੂਰਨ ਸੰਖਿਆ x ਹੈ। ਮੰਨ ਲਓ ਬੱਚਿਓ ਸਾਡੇ ਕੋਲ ਇੱਕ ਪੋਜ਼ਿਟਿਵ ਇੰਟੀਜ਼ਰ x ਹੈ। ਬੱਚਿਓ x ਕੁਝ ਵੀ ਹੋ ਸਕਦਾ ਹੈ। ਪੋਜ਼ਿਟਿਵ ਮੀਨਿੰਗ 1 ਤੋਂ ਸ਼ੁਰੂ ਕਰਕੇ ਔਨਵਰਡ ਕੋਈ ਵੀ ਇੱਕ ਅੰਕੜਾ ਹੋ ਸਕਦਾ ਹੈ, ਕੋਈ ਵੀ ਇੱਕ ਸੰਖਿਆ ਹੋ ਸਕਦੀ ਹੈ x। ਅਸੀਂ ਇੱਕ ਜਰਨਲ ਧਨਾਤਮਕ ਸੰਖਿਆ x ਲੈ ਲਈ ਹੈ। ਅਸੀਂ ਇਹ ਪ੍ਰੂਵ ਕਰਾਂਗੇ ਕਿ ਜਦੋਂ ਅਸੀਂ x ਦਾ ਸਕੇਅਰ ਕਰਾਂਗੇ ਧਨਾਤਮਕ ਸੰਖਿਆ ਜਾਂ ਤੇ ਬੱਚਿਓ 3m ਹੋਏਗੀ ਜਾਂ 3m+1 ਹੋਏਗੀ। ਜਦੋਂ ਵੀ ਅਸੀਂ x ਸਕੁਅਰ ਦੀ ਵੈਲਿਊ ਕੱਢਾਂਗੇ ਜਰਨਲ ਫਾਰਮ ਦੇ ਵਿੱਚ ਤਾਂ ਜਾਂ ਉਹਦਾ ਆਨਸਰ ਬੱਚਿਓ 3m ਆਏਗਾ ਜਾਂ 3m+1 ਆਏਗਾ। ਆਓ ਅਸੀਂ ਸਵਾਲ ਨੂੰ ਸਹਿਜੇ ਹੀ ਹੱਲ ਕਰਨ ਦੀ ਕੋਸ਼ਿਸ਼ ਕਰੀਏ ਤੇ ਸਮਝੀਏ। ਹਾਂਜੀ ਪਿਆਰੇ ਵਿਦਿਆਰਥੀਓ, ਅਸੀਂ ਇੱਕ ਧਨਾਤਮਕ ਸੰਪੂਰਨ ਸੰਖਿਆ x ਲੈ ਲਈ ਹੈ, ਇੱਕ ਪੋਜ਼ਿਟਿਵ ਇੰਟੀਜ਼ਰ x ਲੈ ਲਿਆ ਹੈ। ਜਦੋਂ ਅਸੀਂ x ਨੂੰ 3 ਦੇ ਨਾਲ ਭਾਗ ਦਵਾਂਗੇ ਤਾਂ ਯੂਕਲਿਡ ਡਿਵੀਜ਼ਨ ਲੈਮਾ ਦੇ ਅਕੋਰਡਿੰਗ ਬੱਚਿਓ ਜਦੋਂ ਵੀ ਅਸੀਂ ਕਿਸੇ ਧਨਾਤਮਕ ਸੰਪੂਰਨ ਸੰਖਿਆ ਨੂੰ ਜਦੋਂ ਵੀ ਅਸੀਂ ਕਿਸੇ ਧਨਾਤਮਕ ਸੰਪੂਰਨ ਸੰਖਿਆ x ਨੂੰ 3 ਨਾਲ ਭਾਗ ਦਵਾਂਗੇ ਤਾਂ 3 ਨਾਲ ਭਾਗ ਦੇਣ ਤੋਂ ਬਾਅਦ ਅਕੋਰਡਿੰਗ ਟੂ ਯੂਕਲਿਡ ਡਿਵੀਜ਼ਨ ਲੈਮਾ ਅਸੀਂ x ਨੂੰ ਇਸ ਫਾਰਮ ਵਿੱਚ ਲਿਖ ਸਕਦੇ ਹਾਂ। x ਬਰਾਬਰ ਹੈ 3q + r, ਜਿੱਥੇ q ਗ੍ਰੇਟਰ ਦੈਨ ਇਕੁਅਲ ਟੂ 0 ਇੱਕ ਸੰਪੂਰਨ ਸੰਖਿਆ ਹੈ ਅਤੇ r ਭਾਵ ਕੇ ਰਿਮਾਈਂਡਰ ਬੱਚਿਓ r ਭਾਵ ਕੇ ਰਿਮਾਈਂਡਰ 0 1 ਜਾਂ 2 ਹੋਵੇਗਾ। ਵਿਦਿਆਰਥੀਓ ਇਸ ਚੀਜ਼ ਨੂੰ ਮੈਂ ਤੁਹਾਨੂੰ ਇੱਕ ਡਿਵੀਜ਼ਨ ਵਾਲੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਹੋ ਸਕਦਾ ਵਾ ਇਹ ਕਈ ਵਿਦਿਆਰਥੀਆਂ ਨੂੰ x = 3q + r ਕਿਸ ਤਰ੍ਹਾਂ ਲਿਖ ਦਿੱਤਾ ਹੈ, ਇਹ ਕਿਉਂ ਲਿਖਿਆ ਹੈ ਸਮਝ ਨਾ ਲੱਗ ਰਹੀ ਹੋਵੇ। ਆਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਡਿਵੀਜ਼ਨ ਦੇ ਸਹਾਰੇ
ਇਸ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ। ਸੋ ਵਿਦਿਆਰਥੀਓ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਜੇ, ਮੈਂ x ਨੂੰ ਡਿਵੀਡੈਂਡ ਲੈ ਕੇ 3 ਨੂੰ ਡਿਵਾਈਜ਼ਰ ਲੈ ਕੇ ਇੱਕ ਤਕਸੀਮ ਕੀਤਾ ਹੈ। ਸਾਡੇ ਕੋਲ 3 ਨੂੰ x ਨਾਲ ਤਕਸੀਮ ਕਰਨ ਤੋਂ ਬਾਅਦ ਕੋਈ ਕੋਸ਼ੈਂਟ q ਆਏਗਾ ਅਤੇ ਬਾਕੀ r ਬਚੇਗਾ। ਬੱਚਿਓ, ਇਸੇ ਚੀਜ਼ ਨੂੰ ਅਸੀਂ ਇਸ ਫਾਰਮ ਵਿੱਚ ਲਿਖਿਆ ਹੈ, x ਬਰਾਬਰ ਹੈ 3q ਪਲੱਸ r। ਮੈਨੂੰ ਆਸ ਹੈ ਕਿ ਤੁਹਾਨੂੰ ਇਸ ਇਕੁਏਸ਼ਨ ਦੀ ਹੁਣ ਸਮਝ ਪੂਰੇ ਤਰੀਕੇ ਨਾਲ ਲੱਗ ਗਈ ਹੋਵੇਗੀ। ਇੱਥੇ ਬੱਚਿਓ ਜਿਹੜਾ q ਹੈ, ਜਿਹੜਾ ਕੋਸ਼ੈਂਟ ਆਏਗਾ ਉਹ ਇੱਕ ਸੰਪੂਰਨ ਸੰਖਿਆ ਹੋਵੇਗੀ ਅਤੇ ਬੱਚਿਓ ਜਿਹੜਾ ਰਿਮਾਈਂਡਰ ਬਚੇਗਾ, ਕਿਉਂਕਿ ਅਸੀਂ 3 ਨਾਲ ਭਾਗ ਦੇ ਰਹੇ ਹਾਂ, ਸੋ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਕਿਸੇ ਸੰਖਿਆ ਨੂੰ 3 ਨਾਲ ਭਾਗ ਦੇਵਾਂਗੇ, 3 ਨਾਲ ਭਾਗ ਕਰਦੇ ਕਰਦੇ ਰਿਮਾਈਂਡਰ ਜਾਂ ਤੇ 0 ਬਚੇਗਾ ਜਾਂ 1 ਬਚੇਗਾ ਜਾਂ ਮੈਕਸਿਮਮ 2 ਬਚੇਗਾ। ਸੋ ਇਹੀ ਅਸੀਂ ਇੱਥੇ ਲਿਖਿਆ ਹੈ, r ਦੀ ਵੈਲਿਊ ਜਾਂ 0 ਹੋ ਸਕਦੀ ਹੈ ਜਾਂ 1 ਹੋ ਸਕਦੀ ਹੈ ਜਾਂ 2 ਹੋ ਸਕਦੀ ਹੈ। ਇਹ ਸਟੈਪ ਬੱਚਿਆਂ ਨੂੰ ਜੇ ਸਮਝ ਲੱਗ ਗਿਆ ਹੈ ਤੇ ਅਸੀਂ 1 ਬਾਈ 1 ਨੈਕਸਟ ਸਟੈਪ ਤੇ ਚੱਲਦੇ ਜਾਵਾਂਗੇ ਅਤੇ ਆਪਣੇ ਕੁਐਸਚਨ ਨੂੰ ਸਮਝਦੇ ਜਾਵਾਂਗੇ। ਆਓ ਅਗਲੇ ਸਟੈਪ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਇਸ ਸਵਾਲ ਦੇ ਵਿੱਚ ਪਰਫੈਕਟਤਾ ਹਾਸਲ ਕਰੀਏ। ਸੋ ਵਿਦਿਆਰਥੀਓ, ਸਾਡੇ ਕੋਲ ਇਸ ਇਕੁਏਸ਼ਨ ਦੇ ਵਿੱਚ 3 r ਦੇ ਮੁੱਲ ਭਰੇ ਜਾ ਸਕਦੇ ਹਨ। r 0 ਭਰਿਆ ਜਾ ਸਕਦਾ ਹੈ, r 1 ਭਰਿਆ ਜਾ ਸਕਦਾ ਹੈ ਜਾਂ r 2 ਭਰਿਆ ਜਾ ਸਕਦਾ ਹੈ। ਆਪਾਂ 1 ਬਾਈ 1 ਕਰਕੇ ਤਿੰਨੇ ਮੁੱਲ ਭਰਾਂਗੇ ਅਤੇ x ਦੀ ਹਰ ਵੈਲਿਊ ਨੂੰ ਵੇਖਾਂਗੇ। ਬੱਚਿਓ, ਜੇ ਮੈਂ ਇਸ ਇਕੁਏਸ਼ਨ ਦੇ ਵਿੱਚ r ਦੀ ਜਗ੍ਹਾ ਤੇ 0 ਫਿਲ ਕਰਾਂ ਤੇ ਸਾਡੇ ਕੋਲ ਬੱਚਿਓ x ਆਏਗਾ 3q। ਜੇ ਮੈਂ r ਦੀ ਜਗ੍ਹਾ ਤੇ 1 ਫਿਲ ਕਰਾਂ ਤੇ x ਦਾ ਮੁੱਲ ਹੋਏਗਾ 3q ਪਲੱਸ 1 ਤੇ ਜੇ ਮੈਂ r ਦੀ ਜਗ੍ਹਾ ਤੇ 2 ਫਿਲ ਕਰਾਂ ਤੇ ਸਾਡੇ ਕੋਲ x ਦਾ ਮੁੱਲ ਆਏਗਾ 3q ਪਲੱਸ 2। ਸੋ ਇਹ 3 ਪੋਸੀਬਿਲਿਟੀਆਂ ਬਣਦੀਆਂ ਵਾ x ਦੀਆਂ ਅਕੋਰਡਿੰਗ ਟੂ ਰਿਮਾਈਂਡਰ 0, 1 ਐਂਡ 2। ਆਓ ਅਸੀਂ ਹੁਣ ਕੱਲੀ x ਦੀ ਇਹ ਵੈਲਿਊ ਦਾ ਸਕੁਅਰ ਕਰੀਏ ਅਤੇ ਪਤਾ ਕਰਨ ਦਾ ਯਤਨ ਕਰੀਏ ਕਿ ਇਹਨਾਂ ਦਾ ਸਕੁਅਰ ਜਿਹੜਾ ਵਾ ਉਹ 3m ਅਤੇ 3m ਪਲੱਸ 1 ਦੇ ਰੂਪ ਵਿੱਚ ਮਿਲਦਾ ਹੈ। ਸਭ ਤੋਂ ਪਹਿਲਾਂ ਬੱਚਿਓ ਅਸੀਂ x ਦੀ ਪਹਿਲੀ ਵੈਲਿਊ 3q ਦਾ ਸਕੁਅਰ ਕਰਾਂਗੇ। ਬੱਚਿਓ, ਜਦੋਂ x ਨੂੰ ਦੋਵੇਂ ਪਾਸੇ ਬੱਚਿਓ x ਇਕੁਅਲ ਟੂ 3q ਜਿਹੜੀ ਅੰਡਰਲਾਈਨ ਇਕੁਏਸ਼ਨ ਹੈ, ਇਸ ਦੇ ਦੋਵੇਂ ਬੰਨੇ ਸਕੁਅਰ ਕਰੋ। ਸਕੁਅਰ ਕਰਨ ਤੋਂ ਬਾਅਦ ਬੱਚੇ ਸਾਨੂੰ ਇਹ ਵੈਲਿਊ ਪ੍ਰਾਪਤ ਹੋਵੇਗੀ, x ਸਕੁਅਰ ਇਕੁਅਲਸ ਟੂ 3q ਸਕੁਅਰ। ਬੱਚਿਓ, x ਸਕੁਅਰ ਐਜ਼ ਇਟ ਇਜ਼ ਰਹੇਗਾ। ਰਾਈਟ ਸਾਈਡ ਤੇ 3q ਸਕੁਅਰ ਨੂੰ ਆਪਾਂ ਕੱਲੇ ਨੂੰ ਸਕੁਅਰ ਕਰਾਂਗੇ, ਸਾਡੇ ਕੋਲ 9q ਸਕੁਅਰ ਆ ਜਾਏਗਾ। ਸੋ ਅਸੀਂ ਬੇਟਾ 9 ਨੂੰ 3 ਦੀ ਫਾਰਮ 'ਚ ਲਿਖ ਸਕਦੇ ਹਾਂ। ਜੇ ਮੈਂ ਬੱਚਿਓ 3q ਸਕੁਅਰ ਦੀ ਜਗ੍ਹਾ ਤੇ m ਲਿਖ ਦਵਾਂ, ਕਿਉਂਕਿ q ਇੱਕ ਸੰਪੂਰਨ ਸੰਖਿਆ ਹੈ ਅਤੇ q ਦਾ ਸਕੁਅਰ ਵੀ ਇੱਕ ਸੰਪੂਰਨ ਸੰਖਿਆ ਹੋਵੇਗੀ। ਜੇ ਮੈਂ ਇੱਕ ਸੰਪੂਰਨ ਸੰਖਿਆ ਨੂੰ 3 ਨਾਲ ਗੁਣਾ ਕਰਦਾ ਵਾਂ ਤਾਂ ਉਹ ਵੀ ਇੱਕ ਸੰਪੂਰਨ ਸੰਖਿਆ ਹੋਵੇਗੀ। ਸੋ ਬੱਚਿਓ 3q ਸਕੁਅਰ ਵੀ ਇੱਕ ਸੰਪੂਰਨ ਸੰਖਿਆ ਹੈ। ਜੇ ਬੱਚਿਓ 3q ਸਕੁਅਰ ਇੱਕ ਸੰਪੂਰਨ ਸੰਖਿਆ ਹੈ ਤਾਂ ਮੈਂ 3q ਸਕੁਅਰ ਨੂੰ m ਦੇ ਨਾਲ ਪ੍ਰਦਰਸ਼ਿਤ ਕਰ ਸਕਦਾ ਹਾਂ। ਸੋ ਇਸ ਜਗ੍ਹਾ ਤੇ 3q ਸਕੁਅਰ ਦੀ ਜਗ੍ਹਾ ਤੇ ਜੇ ਅਸੀਂ m ਲਿਖਦੇ ਹਾਂ ਤੇ ਅਸੀਂ ਪ੍ਰਾਪਤ ਕਰਾਂਗੇ x ਸਕੁਅਰ ਇਕੁਅਲਸ ਟੂ 3m। ਇਹ ਬੱਚਿਓ ਸਾਡੀ ਪਹਿਲੀ ਇਕੁਏਸ਼ਨ ਹੈ। ਅਸੀਂ ਪਹਿਲੀ x ਦੀ ਵੈਲਿਊ 3q ਲੈ ਕੇ ਇਹ ਸ਼ੋ ਕਰ ਦਿੱਤਾ ਕਿ ਜੇ x 3q ਦੇ ਰੂਪ ਵਿੱਚ ਹੋਵੇ ਤਾਂ ਅਸੀਂ ਉਸ ਨੂੰ 3m ਦੇ ਫਾਰਮ ਵਿੱਚ ਲਿਖ ਸਕਦੇ ਹਾਂ। ਆਓ ਅਸੀਂ ਹੁਣ ਦੂਸਰੀ x ਦੀ ਵੈਲਿਊ ਭਾਵ ਕਿ 3q ਪਲੱਸ 1 ਦਾ ਸਕੁਅਰ ਕਰੀਏ ਅਤੇ ਦੇਖੀਏ ਕਿ ਇਹ 3m ਜਾਂ 3m ਪਲੱਸ 1 ਦੀ ਫਾਰਮ ਵਿੱਚ ਆਉਂਦੀ ਹੈ। ਆਓ ਦੂਸਰੀ x ਦੀ ਵੈਲਿਊ ਦਾ ਸਕੁਅਰ ਕਰੀਏ। ਬੱਚਿਓ, ਦੋਵੇਂ ਬੰਨੇ ਸਕੁਅਰ ਕਰਨ ਤੇ ਅਸੀਂ x ਸਕੁਅਰ ਇਕੁਅਲਸ ਟੂ 3q ਪਲੱਸ 1 ਦਾ ਹੋਲ ਸਕੁਅਰ ਪ੍ਰਾਪਤ ਕਰਾਂਗੇ। ਲੈਫਟ ਸਾਈਡ ਤੇ x ਸਕੁਅਰ ਐਜ਼ ਇਟ ਇਜ਼ ਰਹੇਗਾ। ਰਾਈਟ ਸਾਈਡ ਤੇ ਬੱਚਿਓ ਅਸੀਂ a ਪਲੱਸ b ਹੋਲ ਸਕੁਅਰ ਦਾ ਫਾਰਮੂਲਾ ਲਗਾਵਾਂਗੇ। ਸਾਨੂੰ ਪਤਾ ਹੈ ਕਿ a ਪਲੱਸ b ਹੋਲ ਸਕੁਅਰ ਇਕੁਅਲਸ ਟੂ a ਸਕੁਅਰ ਪਲੱਸ b ਸਕੁਅਰ ਪਲੱਸ 2ab। ਇਹ ਫਾਰਮੂਲਾ ਬੱਚਿਓ ਅਸੀਂ ਅਪਲਾਈ ਕਰ ਦਿੱਤਾ ਹੈ। ਫਾਰਮੂਲਾ ਅਪਲਾਈ ਕਰਨ ਤੋਂ ਬਾਅਦ ਸਾਡੇ ਕੋਲ a ਵੈਲਿਊ ਆਏਗੀ। ਇਸ ਨੂੰ ਬੱਚਿਓ ਜਦੋਂ ਤੁਸੀਂ ਹੱਲ ਕਰੋਗੇ ਸਾਡੇ ਕੋਲ ਆਏਗਾ 9q ਸਕੁਅਰ ਪਲੱਸ 1 ਪਲੱਸ 6q। ਸੋ ਬੱਚਿਓ, ਮੈਂ 9q ਸਕੁਅਰ ਅਤੇ 6q ਦੇ ਵਿੱਚੋਂ ਜੇ 3 ਸਾਂਝਾ ਲੈ ਲਵਾਂ ਤੇ ਸਾਡੇ ਕੋਲ ਆਏਗਾ 3 ਕਾਮਨ 3q ਸਕੁਅਰ ਪਲੱਸ 2q ਬ੍ਰੈਕਟ ਦੇ ਵਿੱਚ ਅੰਦਰ ਆ ਜਾਏਗਾ ਪਲੱਸ 1 ਇਹ ਵਾਲਾ ਐਜ਼ ਇਟ ਇਜ਼ ਅਸੀਂ ਆਖਿਰ ਤੇ ਲਿਖਤਾ। ਸੋ
ਤੁਸੀਂ ਦੇਖਦੇ ਹੋਵੋਗੇ ਕਿ ਜੇ ਕਿਊ ਸਕੁਅਰ ਇੱਕ ਸੰਪੂਰਨ ਸੰਖਿਆ ਹੈ, 2q ਵੀ ਇੱਕ ਸੰਪੂਰਨ ਸੰਖਿਆ ਹੈ, ਤੇ 3q ਸਕੁਅਰ ਪਲੱਸ 2q ਇੱਕ ਸੰਪੂਰਨ ਸੰਖਿਆ ਹੋਵੇਗੀ। ਜੇ 3q ਸਕੁਅਰ ਪਲੱਸ 2q ਇੱਕ ਸੰਪੂਰਨ ਸੰਖਿਆ ਹੈ ਤੇ ਕੀ ਮੈਂ ਇਸ ਨੂੰ m ਦੇ ਨਾਲ ਪ੍ਰਦਰਸ਼ਿਤ ਕਰ ਸਕਦਾ ਹਾਂ? ਕਿਉਂਕਿ m ਇੱਕ ਆਰਬਿਟਰਰੀ ਐਨੀ ਸੰਪੂਰਨ ਸੰਖਿਆ ਦੇ ਰੂਪ ਵਿੱਚ ਅਸੀਂ ਲਈ ਹੈ। ਸੋ ਜੇ ਮੈਂ 3q ਸਕੁਅਰ ਪਲੱਸ 2q ਦੀ ਜਗ੍ਹਾ ਤੇ ਬੇਟਾ ਇਸ ਇਕੁਏਸ਼ਨ ਦੇ ਵਿੱਚ m ਲਿਖਾਂ ਤੇ ਮੇਰੇ ਕੋਲ x ਸਕੁਅਰ ਦੀ ਵੈਲਿਊ ਆਏਗੀ 3m plus 1। ਸੋ ਅਸੀਂ ਦੇਖਿਆ ਕਿ ਜੇ ਅਸੀਂ ਦੂਸਰੀ x ਦੀ ਵੈਲਿਊ 3q plus 1 ਲਈ, ਉਹ ਵੀ ਸਾਡੇ ਕੋਲ 3m plus 1 ਦੇ ਰੂਪ ਵਿੱਚ ਆ ਗਿਆ। ਇਸ ਨੂੰ ਮੈਂ ਇਕੁਏਸ਼ਨ ਨੰਬਰ 2 ਦਾ ਨਾਮ ਦਿੰਦਾ ਹਾਂ। ਆਓ ਅਸੀਂ ਹੁਣ x ਦੀ ਤੀਸਰੀ ਵੈਲਿਊ 3q plus 2 ਉੱਪਰ ਇਹ ਟੈਸਟ ਕਰੀਏ ਕਿ ਇਹ ਵੀ 3m ਜਾਂ 3m plus 1 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਬੱਚਿਓ, x equals to 3q plus 2 ਦੇ ਦੋਨੋਂ ਪਾਸੇ ਸਕੁਅਰ ਕਰਨ ਤੇ ਬੱਚਿਓ ਅਸੀਂ ਇਹ ਇਕੁਏਸ਼ਨ ਪ੍ਰਾਪਤ ਕਰਾਂਗੇ। ਉਸ ਤੋਂ ਬਾਅਦ ਰਾਈਟ ਸਾਈਡ ਤੇ ਦੁਬਾਰਾ a plus b ਹੋਲ ਸਕੁਅਰ ਦਾ ਫਾਰਮੂਲਾ ਲਗਾਓ। ਇਹ ਸਟੈਪ ਤੁਹਾਡੇ ਕੋਲ ਆਏਗਾ। ਉਸ ਤੋਂ ਬਾਅਦ ਬੱਚੇ ਜੋ ਅਸੀਂ ਹੱਲ ਕਰਾਂਗੇ ਸਾਡੇ ਕੋਲ ਆਏਗਾ 9q ਸਕੁਅਰ plus 4 plus 12q। ਐਜ਼ ਇਟ ਇਜ਼ ਬੱਚਿਓ, ਅਸੀਂ 4 ਨੂੰ 3 plus 1 ਵਿੱਚ ਤੋੜ ਲੈਣਾ ਹੈ। ਇਹ 1 ਅਸੀਂ ਵੱਖਰਾ ਲਿਖ ਲੈਣਾ ਹੈ ਤੇ 3 ਅਲੱਗ ਲਿਖ ਲੈਣਾ ਹੈ। 9q ਸਕੁਅਰ 3 ਤੇ 12q ਦੇ ਵਿੱਚੋਂ ਬੱਚਿਓ ਅਸੀਂ 3 ਕਾਮਨ ਲੈ ਲਵਾਂਗੇ ਤੇ ਸਾਡੇ ਕੋਲ ਆਏਗਾ 3 ਕਾਮਨ ਬ੍ਰੈਕਟ ਦੇ ਵਿੱਚ 3q ਸਕੁਅਰ ਪਲੱਸ 4q ਪਲੱਸ 1 ਬ੍ਰੈਕਟ ਕਲੋਜ਼ ਪਲੱਸ 1 ਜਿਹੜਾ 4 ਦੇ ਵਿੱਚੋਂ ਬਚਿਆ ਸੀ, 4 ਨੂੰ ਬੱਚਿਓ ਅਸੀਂ ਲਿਖਿਆ ਸੀ 3 ਪਲੱਸ 1। ਜਿਹੜਾ 1 ਅਲੱਗ ਬਚਿਆ ਸੀ ਉਹ ਅਸੀਂ ਅਖੀਰ ਦੇ ਉੱਤੇ ਇਸ ਤਰ੍ਹਾਂ ਲਿਖ ਦਿੱਤਾ ਹੈ। ਸੋ ਬੱਚਿਓ, ਜਿਸ ਤਰ੍ਹਾਂ q ਸਕੁਅਰ ਇੱਕ ਸੰਪੂਰਨ ਸੰਖਿਆ ਹੈ, q ਇੱਕ ਸੰਪੂਰਨ ਸੰਖਿਆ ਹੈ, ਇਸੇ ਤਰ੍ਹਾਂ 3q ਸਕੁਅਰ ਪਲੱਸ 4q ਪਲੱਸ 1 ਵੀ ਇੱਕ ਸੰਪੂਰਨ ਸੰਖਿਆ ਹੋਵੇਗੀ। ਕਿਉਂਕਿ ਇੱਕ ਸੰਪੂਰਨ ਸੰਖਿਆ ਹੈ, ਇਸ ਕਰਕੇ ਅਸੀਂ ਇਸ ਨੂੰ m ਨਾਲ ਪ੍ਰਤਿਸਥਾਪਿਤ ਕਰ ਸਕਦੇ ਹਾਂ। ਸੋ ਬੱਚਿਓ, ਇਹਦੀ ਜਗ੍ਹਾ ਤੇ ਜੇ ਮੈਂ m ਲਿਖ ਦਵਾਂ ਤੇ ਸਾਡੇ ਕੋਲ x ਸਕੁਅਰ ਦੀ ਵੈਲਿਊ ਆਏਗੀ 3m ਪਲੱਸ 1। ਇਹ ਬੱਚਿਓ ਸਾਡੀ ਇਕੁਏਸ਼ਨ ਨੰਬਰ 3 ਹੈ। ਸੋ ਅਸੀਂ ਵੇਖਿਆ ਭਾਵੇਂ ਇਕੁਏਸ਼ਨ ਨੰਬਰ 1 ਹੋਵੇ, ਭਾਵੇਂ ਇਕੁਏਸ਼ਨ ਨੰਬਰ 2 ਹੋਵੇ ਤੇ ਭਾਵੇਂ ਇਕੁਏਸ਼ਨ ਨੰਬਰ 3 ਹੋਵੇ, ਇਹਨਾਂ ਤਿੰਨਾਂ ਇਕੁਏਸ਼ਨਸ ਦੇ ਵਿੱਚ ਅਸੀਂ x ਦੀ ਵੈਲਿਊ ਦਾ ਸਕੁਅਰ ਕੀਤਾ ਤੇ ਸਾਡੇ ਕੋਲੋਂ ਇੱਕ ਵਾਰੀ 3m ਆਇਆ, ਇੱਕ ਵਾਰੀ ਬੱਚਿਓ 3m plus 1 ਆਇਆ ਤੇ ਦੂਸਰੀ ਵਾਰੀ ਵੀ 3m plus 1 ਆਇਆ। ਸੋ ਇਹਨਾਂ ਤਿੰਨਾਂ ਸਮੀਕਰਨਾਂ ਤੋਂ ਅਸੀਂ ਕੀ ਰਿਜ਼ਲਟ ਕੱਢਿਆ ਕਿ ਕਿਸੇ ਵੀ ਧਨਾਤਮਕ ਸੰਪੂਰਨ ਸੰਖਿਆ x, ਭਾਵ ਕਿ ਕਿਸੇ ਵੀ ਪੋਜ਼ਿਟਿਵ ਇੰਟੀਜ਼ਰ x ਦਾ ਜੇ ਅਸੀਂ ਸਕੁਅਰ ਕਰਾਂਗੇ, ਵਰਗ ਕਰਾਂਗੇ, ਤੇ ਸਾਡੇ ਕੋਲ 3m ਜਾਂ 3m plus 1 ਹੀ ਪ੍ਰਾਪਤ ਹੋਵੇਗਾ, ਉਹ ਜਿੱਥੇ ਕਿ m ਇੱਕ ਸੰਪੂਰਨ ਸੰਖਿਆ ਹੈ। ਮੈਨੂੰ ਪੂਰੀ ਆਸ ਹੈ ਕਿ ਵਿਦਿਆਰਥੀਆਂ ਨੇ ਇਹ ਯੂਕਲਿਡ ਡਿਵੀਜ਼ਨ ਲੈਮਾ ਦੇ ਨਾਲ ਜਿਹੜਾ ਅਸੀਂ ਐਨੀ ਪੋਜ਼ਿਟਿਵ ਇੰਟੀਜ਼ਰ ਦਾ ਸਕੁਅਰ ਕੀਤਾ ਤੇ ਉਹਦੀ m ਤੇ 3m plus 1 ਦੇ ਰੂਪ ਵਿੱਚ ਦਰਸਾਇਆ, ਇਹ ਸਮਝ ਲੱਗ ਗਈ ਹੋਵੇਗੀ। ਵਿਦਿਆਰਥੀਓ, ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ, ਬੋਰਡ ਦੇ ਐਗਜ਼ਾਮ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਹੈ। ਜੇ ਤੁਸੀਂ ਇਸ ਵੀਡੀਓ ਨੂੰ 1-2 ਵਾਰ ਦੇਖ ਲਓਗੇ ਤੇ ਤੁਹਾਨੂੰ ਇਸ ਕੁਐਸਚਨ ਵਿੱਚ ਪਰਫੈਕਟਤਾ ਹਾਸਲ ਹੋ ਜਾਵੇਗੀ। ਸੋ ਵਿਦਿਆਰਥੀਓ, ਜਿਹੜਾ ਅਸੀਂ ਇਹਦੇ ਅਭਿਆਸ 14.1 ਦੇ 2 ਸਵਾਲ ਕੀਤੇ, ਉਸ ਤੋਂ ਇਲਾਵਾ ਜੁਲਾਈ ਟੈਸਟ ਦਾ ਇਹ ਸਵਾਲ ਕੀਤਾ, ਇਸ ਨੂੰ ਅਸੀਂ ਬਾਰ-ਬਾਰ ਵੀਡੀਓ ਵਿੱਚੋਂ ਦੇਖ ਸਕਦੇ ਹਾਂ ਤੇ ਆਪਣੇ ਸਵਾਲਾਂ ਦੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹਾਂ। ਥੈਂਕ ਯੂ ਵੈਰੀ ਮਚ ਸਟੂਡੈਂਟਸ।